ਉਤਪਤ ਅਧਿਆਇ 30। ਜਦ ਰਾਖੇਲ ਨੇ ਡਿੱਠਾ ਕਿ ਯਾਕੂਬ ਤੋਂ ਮੈਂ ਨਹੀਂ ਜਾਣਦੀ ਹਾਂ, ਰਾਖੇਲ ਆਪਣੀ ਭੈਣ ਨਾਲ ਕੁੰਸ ਕਰਨ ਲੱਗ ਪਈ ਔਰ ਯਾਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ, ਨਹੀਂ ਤਾਂ ਮੈਂ ਮਰ ਜਾਵਾਂਗੀ। ਤਾਂ ਯਾਕੂਬ ਦਾ ਕ੍ਰੋਧ ਰਾਖੇਲ ਉੱਤੇ ਭੜਕਿਆ ਔਰ ਉਸ ਆਖਿਆ ਕਿ ਮੈਂ ਪਰਮੇਸ਼ਰ ਦੀ ਤਾਂ ਹਾਂ ਜਿਸ ਤੇਰੀ ਕੁੱਖ ਨੂੰ ਫਲ ਤੋਂ ਰੋਕਿਆ ਹੈ। ਤਾਂ ਉਸ ਆਖਿਆ, ਵੇ ਮੇਰੀ ਗੋਲੀ ਬਿਲਹਾ ਹੈ, ਉਸ ਦੇ ਕੋਲ ਜਾ ਔਰ ਉਹ ਮੇਰੀਆਂ ਗੋੜਿਆਂ ਉੱਤੇ ਜਣੇਗੀ ਤਾਂ ਜੋ ਮੈਂ ਵੀ ਉਸ ਤੋਂ ਅੰਸ ਵਾਲੀ ਬਣਾਈ ਜਾਵਾਂ। ਫਿਰ ਉਸਨੇ ਬਿਲਹਾ ਆਪਣੀ ਗੋਲੀ ਉਸਨੂੰ ਤੀਵੀ ਹੋਣ ਲਈ ਦਿੱਤੀ ਔਰ ਯਾਕੂਬ ਉਸ ਦੇ ਕੋਲ ਗਿਆ। ਤਾਂ ਬਿਲਹਾ ਗਰਭਵਤੀ ਹੋਈ ਔਰ ਯਾਕੂਬ ਤੋਂ ਪੁੱਤਰ ਜਨੀ। ਔਰ ਰਾਖੇਲ ਨੇ ਆਖਿਆ, ਪਰਮੇਸ਼ਰ ਨੇ ਮੇਰਾ ਨਿਆਂ ਕੀਤਾ, ਨਾਲੇ ਮੇਰੀ ਆਵਾਜ਼ ਸੁਣੀ ਔਰ ਮੈਨੂੰ ਇੱਕ ਪੁੱਤਰ ਵੀ ਦਿੱਤਾ। ਇਸ ਕਾਰਨ ਉਸ ਦਾ ਨਾਮ ਦਾਨ ਰੱਖਿਆ। ਫਿਰ ਬਿਲਹਾ ਰਾਖੇਲ ਦੀ ਗੋਲੀ ਗਰਭਵਤੀ ਹੋਈ ਔਰ ਯਾਕੂਬ ਤੋਂ ਦੂਜਾ ਪੁੱਤਰ ਜਨੀ। ਰਾਖੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਪਰਮੇਸ਼ਰ ਦੇ ਕੋਲਾ ਵਰਗਾ ਕੋਲ ਹੋਇਆ, ਪਰ ਮੈਂ ਜਿੱਤ ਗਈ। ਇਸ ਲਈ ਉਸ ਦਾ ਨਾਮ ਨਫਤਲੀ ਰੱਖਿਆ। ਜਾਂ ਲੇਆ ਨੇ ਵੇਖਿਆ ਕਿ ਮੈਂ ਜਨਨ ਤੋਂ ਰਹਿ ਗਈ ਹਾਂ, ਤਾਂ ਉਸ ਆਪਣੀ ਗੋਲੀ ਜ਼ਿਲਫਾ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਤੀਵੀਂ ਹੋਣ ਲਈ ਦਿੱਤਾ। ਅਤੇ ਲੇਆ ਦੀ ਗੋਲੀ ਜ਼ਿਲਫਾ ਯਾਕੂਬ ਤੋਂ ਇੱਕ ਪੁੱਤਰ ਜਨੀ। ਤਾਂ ਲੇਆ ਨੇ ਆਖਿਆ, ਮੇਰੇ ਭਾਗ ਜਾਗੇ ਹਨ, ਤਾਂ ਉਸ ਦਾ ਨਾਮ ਗਾਦ ਰੱਖਿਆ। ਫਿਰ ਲੇਆ ਦੀ ਗੋਲੀ ਜ਼ਿਲਫਾ ਨੇ ਯਾਕੂਬ ਤੋਂ ਦੂਜਾ ਪੁੱਤਰ ਜਨਿਆ। ਤਾਂ ਲੇਆ ਆਖਿਆ, ਮੈਂ ਸੁੱਕੀ ਹਾਂ, ਇਸ ਕਾਰਨ ਧੀਆਂ ਮੈਨੂੰ ਸੁੱਕੀ ਆਖਣਗੀਆਂ, ਇਸ ਲਈ ਉਸ ਦਾ ਨਾਮ ਆਸੇਰ ਰੱਖਿਆ। ਤਾਂ ਰੂਬਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿਕਲ ਕੇ ਦੂਧੀਆਂ ਪਾਈਆਂ ਔਰ ਉਹਨਾਂ ਨੂੰ ਆਪਣੇ ਮਾਤਾ ਲੇਆ ਕੋਲ ਲਿਆਇਆ। ਤਾਂ ਰਾਖੇਲ ਨੇ ਲੇਆ ਨੂੰ ਆਖਿਆ, ਆਪਣੇ ਪੁੱਤਰ ਦੀਆਂ ਦੂਧੀਆਂ ਵਿੱਚੋਂ ਮੈਨੂੰ ਦੇ। ਉਸ ਉਹਨੂੰ ਆਖਿਆ ਕਿ ਇਹ ਨਿੱਕੀ ਗੱਲ ਹੈ ਕਿ ਤੈਂ ਮੇਰਾ ਮਰਦ ਲੈ ਲਿਆ ਔਰ ਹੁਣ ਤੂੰ ਮੇਰੇ ਪੁੱਤਰ ਦੀਆਂ ਦੂਧੀਆਂ ਵੀ ਲੈ ਲਵੇਗੀ। ਰਾਖੇਲ ਨੇ ਆਖਿਆ, ਇਸ ਲਈ ਤੇਰੇ ਪੁੱਤਰ ਦੀਆਂ ਦੂਧੀਆਂ ਦੇ ਬਦਲੇ ਉਹ ਮਰਦ ਤੇਰੇ ਸੰਗ ਅੱਜ ਦੀ ਰਾਤ ਲੇਟੇਗਾ। ਜਾਂ ਯਾਕੂਬ ਸਾਮਾਂ ਦੇ ਵੇਲੇ ਖੇਤ ਤੋਂ ਆਇਆ, ਤਾਂ ਲੇਆ ਉਹਦੇ ਮਿਲਣ ਲਈ ਬਾਹਰ ਆਈ ਔਰ ਉਸ ਆਖਿਆ, ਤੂੰ ਮੇਰੇ ਕੋਲ ਆਵੀਂ, ਕਿਉਂ ਜੋ ਮੈਂ ਤੈਨੂੰ ਆਪਣੇ ਪੁੱਤਰ ਦੀਆਂ ਦੂਧੀਆਂ ਨਾਲ ਪਾੜੇ ਉੱਤੇ ਲਿਆ ਹੈ। ਉਪਰੰਤ ਉਹ ਉਸ ਰਾਤ ਉਸਦੇ ਨਾਲ ਲੇਟਿਆ। ਤਾਂ ਪਰਮੇਸ਼ਰ ਨੇ ਲੇਆ ਦੀ ਸੁਣੀ ਅਤੇ ਉਹ ਗਰਭਵਤੀ ਹੋਈ ਔਰ ਯਾਕੂਬ ਲਈ ਪੰਜਵਾਂ ਪੁੱਤਰ ਜਨੀ। ਤਾਂ ਲੇਆ ਨੇ ਆਖਿਆ, ਪਰਮੇਸ਼ਰ ਨੇ ਮੇਰਾ ਪਾੜਾ ਦਿੱਤਾ, ਕਿਉਂ ਜੋ ਮੈਂ ਆਪਣੀ ਗੋਲੀ ਆਪਣੇ ਮਰਦ ਨੂੰ ਦਿੱਤੀ ਔਰ ਉਹਦਾ ਨਾਮ ਇਸਖਾਰ ਰੱਖਿਆ। ਲੇਆ ਫਿਰ ਗਰਭਵਤੀ ਹੋਈ ਔਰ ਯਾਕੂਬ ਲਈ ਛੇਵਾਂ ਪੁੱਤਰ ਜਨੀ। ਲੇਆ ਆਖਿਆ, ਪਰਮੇਸ਼ਰ ਨੇ ਮੈਨੂੰ ਚੰਗਾ ਤਾਜ ਦਿੱਤਾ, ਹੁਣ ਮੇਰਾ ਮਰਦ ਮੇਰੇ ਸੰਗ ਰਹੇਗਾ, ਕਿਉਂ ਜੋ ਮੈਂ ਉਹਦੇ ਲਈ 6 ਪੁੱਤਰ ਜਨੀ। ਤਾਂ ਉਸਨੇ ਉਹਦਾ ਨਾਮ ਜਬਲੂਨ ਰੱਖਿਆ। ਫਿਰ ਉਸਨੇ ਇੱਕ ਧੀ ਜਨੀ ਔਰ ਉਹਦਾ ਨਾਮ ਦੀਨਾ ਰੱਖਿਆ। ਤਾਂ ਪਰਮੇਸ਼ਰ ਨੇ ਰਾਖੇਲ ਨੂੰ ਚੇਤੇ ਕੀਤਾ ਔਰ ਪਰਮੇਸ਼ਰ ਨੇ ਉਹਦੀ ਸੁਣੀ ਔਰ ਉਹਦੀ ਕੁੱਖ ਨੂੰ ਖੋਲਿਆ। ਤਾਂ ਉਹ ਗਰਭਵਤੀ ਹੋਈ ਔਰ ਪੁੱਤਰ ਜਨੀ ਔਰ ਆਖਿਆ, ਪਰਮੇਸ਼ਰ ਨੇ ਮੇਰੀ ਬਦਨਾਮੀ ਨੂੰ ਦੂਰ ਕੀਤਾ। ਤਾਂ ਉਹਦਾ ਨਾਮ ਯੂਸੁਫ ਇਹ ਆਖ ਕੇ ਰੱਖਿਆ, ਪਈ ਯਹੋਵਾ ਮੈਨੂੰ ਇੱਕ ਹੋਰ ਪੁੱਤਰ ਦਿੱਤਾ। ਯੂੰ ਹੋਇਆ, ਜਦ ਯੂਸੁਫ ਰਾਖੇਲ ਤੋਂ ਜੰਮਿਆ, ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ, ਤਾਂ ਜੋ ਮੈਂ ਆਪਣੇ ਅਸਥਾਨ ਔਰ ਆਪਣੇ ਦੇਸ਼ ਨੂੰ ਚਲਿਆ ਜਾਵਾਂ ਔਰ ਮੇਰੀਆਂ ਤੀਵੀਆਂ ਔਰ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਟਹਿਲ ਕੀਤੀ ਮੈਨੂੰ ਦੇ, ਤਾਂ ਮੈਂ ਚਲਿਆ ਜਾਵਾਂਗਾ, ਕਿਉਂ ਜੋ ਤੂੰ ਮੇਰੀ ਟਹਿਲ ਨੂੰ ਜਾਣਦਾ ਹੈ ਜੋ ਮੈਂ ਤੇਰੇ ਲਈ ਕੀਤੀ। ਲਾਬਾਨ ਨੇ ਉਹਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ
ਦਇਆ ਦੀ ਨਜ਼ਰ ਹੋਵੇ ਤਾਂ ਰਹਿ ਜਾ, ਕਿਉਂ ਜੋ ਮੈਂ ਮਾਲੂਮ ਕੀਤਾ ਹੈ ਕਿ ਯਹੋਵਾ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ। ਉਸ ਆਖਿਆ, ਆਪਣੇ ਤਲਬ ਮੇਰੇ ਨਾਲ ਠਹਿਰਾ ਲੈ ਅਤੇ ਉਹ ਮੈਂ ਤੈਨੂੰ ਦਿਆਂਗਾ। ਉਸ ਉਹਨੂੰ ਆਖਿਆ, ਤੂੰ ਜਾਣਦਾ ਹੈ ਕਿ ਮੈਂ ਤੇਰੇ ਟਹਿਲ ਕਿਵੇਂ ਕੀਤੀ ਔਰ ਤੇਰੇ ਡੰਗਰ ਮੇਰੇ ਨਾਲ ਕਿਵੇਂ ਰਹੇ, ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ ਪਰ ਹੁਣ ਬਹੁਤ ਵੱਧ ਗਿਆ। ਯਹੋਵਾ ਨੇ ਪੈਰ ਪੈਰ ਤੈਨੂੰ ਬਰਕਤ ਦਿੱਤੀ ਹੈ। ਹੁਣ ਮੈਂ ਆਪਣੇ ਘਰ ਲਈ ਵੀ ਕਦ ਕੁਝ ਕਰਾਂ। ਉਸ ਆਖਿਆ, ਮੈਂ ਤੈਨੂੰ ਕੀ ਦੇਵਾਂ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇ। ਜੇਕਰ ਮੇਰੇ ਲਈ ਇਹ ਗੱਲ ਕਰੇਗਾ ਤਾਂ ਮੈਂ ਤੇਰੀ ਇੱਜੜਾਂ ਨੂੰ ਫਿਰ ਚਰਾਵਾਂਗਾ ਔਰ ਰਾਖੀ ਕਰਾਂਗਾ। ਮੈਂ ਅੱਜ ਤੇਰੀ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਸਾਰੀਆਂ ਚਿਤਲੀਆਂ ਔਰ ਡੱਬੀਆਂ ਔਰ ਸਾਰੀਆਂ ਲੋਹੀਆਂ ਨੂੰ ਅਤੇ ਬੱਕਰੀਆਂ ਵਿੱਚੋਂ ਡੱਬੀਆਂ ਔਰ ਚਿਤਲੀਆਂ ਨੂੰ ਕੱਢਾਂਗਾ ਅਤੇ ਉਹ ਮੇਰੀ ਤਲਬ ਹੋਣਗੀਆਂ ਔਰ ਮੇਰਾ ਧਰਮ ਮੇਰੇ ਲਈ ਕਿਸੇ ਆਉਣ ਵਾਲੇ ਦਿਨ ਵਿੱਚ ਉੱਤਰ ਦੇਵੇਗਾ। ਜਦ ਤੂੰ ਮੇਰੇ ਸਨਮੁਖ ਮੇਰੀ ਤਲਬ ਲਈ ਆਵੇਗਾ ਤਾਂ ਬੱਕਰੀਆਂ ਵਿੱਚ ਹਰ ਇੱਕ ਇੱਜੜੀ, ਚਿਤਲੀ ਔਰ ਡੱਬੀ ਔਰ ਭੇਡਾਂ ਵਿੱਚ ਲੋਹੀ ਨਾ ਹੋਵੇ ਸੋ ਉਹ ਮੇਰੇ ਕੋਲ ਚੋਰੀ ਦੀ ਹੋਵੇਗੀ। ਤਾਂ ਲਾਬਾਨ ਨੇ ਆਖਿਆ, ਵੇ ਤੇਰੀ ਗੱਲ ਦੇ ਅਨੁਸਾਰ ਹੋਵੇ। ਤਾਂ ਉਸਨੇ ਉਸ ਦਿਹਾੜੇ ਸਾਰੇ ਗਦਰੇ ਔਰ ਡੱਬੇ ਬੱਕਰੇ ਔਰ ਸਾਰੀਆਂ ਚਿਤਲੀਆਂ ਔਰ ਡੱਬੀਆਂ ਬੱਕਰੀਆਂ ਅਤੇ ਜਿਸ ਕਿਸੇ ਵਿੱਚ ਸਫੇਦੀ ਸੀ ਅਤੇ ਭੇਡਾਂ ਵਿੱਚ ਜਿੰਨੀਆਂ ਲੋਹੀਆਂ ਸਨ ਸਭਨਾਂ ਨੂੰ ਕੱਢਿਆ ਔਰ ਆਪਣੇ ਪੁੱਤਰ ਦੇ ਹੱਥਾਂ ਵਿੱਚ ਦਿੱਤਾ ਅਤੇ ਉਸਨੇ 3 ਦਿਨਾਂ ਦਾ ਪੈਂਡਾ ਆਪਣੇ ਔਰ ਯਾਕੂਬ ਦੇ ਵਿੱਚ ਠਹਿਰਾਇਆ ਔਰ ਯਾਕੂਬ ਲਾਬਾਨ ਦੇ ਬਾਕੀ ਜੜਾਂ ਨੂੰ ਚਾਰਨ ਲੱਗ ਪਿਆ। ਤਦ ਯਾਕੂਬ ਨੇ ਹਰੇ, ਸਫੇਦੇ ਔਰ ਬਦਾਮ ਔਰ ਸਰੂ ਦੀਆਂ ਚਿੱਟੀਆਂ ਲੈ ਕੇ ਉਹਨਾਂ ਉੱਤੇ ਅਜਿਹੀਆਂ ਤਾਰੀਆਂ ਪਾਈਆਂ ਕਿ ਉਹਨਾਂ ਦੀ ਬਗਿਆਈ ਪ੍ਰਗਟ ਹੋਈ। ਤਾਂ ਉਹਨਾਂ ਚਿੱਟੀਆਂ ਨੂੰ ਜਿਨ੍ਹਾਂ ਉੱਤੇ ਉਸ ਤਾਰੀਆਂ ਪਾਈਆਂ ਸਨ ਹੌਦਾਂ ਅਤੇ ਨਾਲੀਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ ਉਹਨਾਂ ਦੇ ਸਾਹਮਣੇ ਹੀ ਰੱਖ ਦਿੱਤਾ ਅਤੇ ਜਦ ਉਹ ਪਾਣੀ ਪੀਂਦੀਆਂ ਸਨ ਤਾਂ ਉਹ ਆਸੇ ਲੱਗਣ ਲੱਗ ਪਈਆਂ। ਸੋ ਇੱਜੜ ਚਿੱਟੀਆਂ ਦੇ ਅੱਗੇ ਆਸੇ ਲੱਗੀਆਂ ਤਾਂ ਉਹਨਾਂ ਦੇ ਗਦਰੇ ਔਰ ਚਿਤਲੇ ਔਰ ਡੱਬੇ ਬੱਚੇ ਦਿੱਤੇ। ਤਾਂ ਯਾਕੂਬ ਨੇ ਲੇਲੇ ਅੱਡ ਕੀਤੇ ਔਰ ਲਾਬਾਨ ਦੇ ਇੱਜੜ ਦੀਆਂ ਵਿਚਲੀਆਂ ਗਦਰੀਆਂ ਔਰ ਸਭ ਲੋਹੀਆਂ ਦੀ ਵੱਲ ਭੇਡਾਂ ਦੇ ਮੂੰਹ ਫੇਰ ਦਿੱਤੇ ਅਤੇ ਉਸ ਆਪਣੀ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰੀਆਂ ਕੀਤਾ ਔਰ ਨਾਲ ਰਲਣ ਨਾ ਦਿੱਤਾ। ਤਾਂ ਯੂੰ ਹੋਇਆ ਕਿ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਚਿੱਟੀਆਂ ਉਹਨਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ ਇਸ ਲਈ ਕਿ ਉਹ ਉਹਨਾਂ ਚਿੱਟੀਆਂ ਦੇ ਅੱਗੇ ਆਸੇ ਲੱਗਣ। ਪਰ ਜਦ ਇੱਜੜ ਮਾੜਾ ਸੀ ਤਾਂ ਉਸਨੇ ਨਾ ਰੱਖੀਆਂ। ਇਸ ਕਾਰਨ ਲਾਬਾਨ ਦੇ ਪੱਟੇ ਮਾੜੇ ਔਰ ਯਾਕੂਬ ਦੇ ਤਕੜੇ ਸਨ। ਸੋ ਉਹ ਮਨੁੱਖ ਬਾਲਾ ਹੀ ਵੱਧ ਗਿਆ ਔਰ ਉਹਦੇ ਕੋਲ ਬਹੁਤ ਇੱਜੜ ਔਰ ਗੋਲੀਆਂ, ਗੋਲੇ ਔਰ ਊਠ ਔਰ ਗਧੇ ਸਨ। ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 11। ਤਦ ਅਮੋਨੀ ਨਾਹਾਸ ਚੜ ਆਇਆ ਅਤੇ ਯਾਬੇਸ ਗਿਲਿਆਦ ਦੇ ਸਾਹਮਣੇ ਡੇਰੇ ਆਏ। ਤਦ ਯਾਬੇਸ ਦੇ ਸਭਨਾਂ ਲੋਕਾਂ ਨੇ ਨਾਹਾਸ ਨੂੰ ਆਖਿਆ, ਸਾਡੇ ਨਾਲ ਨੇਮ ਕਰੋ ਤਾਂ ਅਸੀਂ ਤੁਹਾਡੀ ਟਹਿਲ ਕਰਾਂਗੇ। ਤਾਂ ਅਮੋਨੀ ਨਾਹਾਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਇਸ ਗੱਲ ਉੱਤੇ ਮੈਂ ਤੁਹਾਡੇ ਨਾਲ ਨੇਮ ਕਰਾਂਗਾ ਜੋ ਮੈਂ ਤੁਹਾਡੇ ਸਭਨਾਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਇਹ ਯੂੰ ਮੈਂ ਬੇਪਤੀ ਸਾਰੇ ਇਸਰਾਏਲ ਉੱਤੇ ਤਾਰਾਂਗਾ। ਤਦ ਯਾਬੇਸ ਦੀਆਂ ਬਜ਼ੁਰਗਾਂ ਨੇ ਉਹਨੂੰ ਆਖਿਆ, ਸਾਨੂੰ 7 ਦਿਨਾਂ ਤੋੜੀ ਵਹਿਲ ਦਿਓ ਭਈ ਅਸੀਂ ਇਸਰਾਏਲ ਦੀ ਸਾਰੀਆਂ ਬਿੰਨੀਆਂ ਵਿੱਚ ਹਲਕਾਰੇ ਕੱਲੀਏ ਅਤੇ ਜੇ ਸਾਨੂੰ ਕੋਈ ਬਚਾਉਣ ਵਾਲਾ ਨਾ ਮਿਲਿਆ ਤਾਂ ਅਸੀਂ ਤੁਹਾਡੇ ਕੋਲ ਆਵਾਂਗੇ। ਤਦ ਸਾਊਲ ਦੇ
ਗਿਬਿਆ ਵਿੱਚ ਹਲਕਾਰੇ ਆਏ ਅਤੇ ਉਹਨਾਂ ਨੇ ਲੋਕਾਂ ਦੇ ਕੰਨੀ ਇਹ ਸੁਨੇਹਾ ਸੁਣਾਇਆ। ਤਦ ਸਭ ਲੋਕ ਚਿਚਲਾ ਕੇ ਰੋਏ ਅਤੇ ਵੇਖੋ ਸਾਊਲ ਪਹਿਲੀ ਤੋਂ ਬਲਦਾਂ ਦੇ ਮਗਰ ਲੱਗਾ ਆਉਂਦਾ ਸੀ ਅਤੇ ਸਾਊਲ ਨੇ ਆਖਿਆ, ਕੀ ਹੋਇਆ ਹੈ ਜੋ ਲੋਕ ਰੋਂਦੇ ਹਨ? ਉਹਨਾਂ ਨੇ ਯਾਬੇਸ ਦੀਆਂ ਲੋਕਾਂ ਦਾ ਸੁਨੇਹਾ ਆਖ ਸੁਣਾਇਆ। ਜਿਸ ਵੇਲੇ ਸਾਊਲ ਨੇ ਇਹ ਖਬਰ ਸੁਣੀ, ਉਸ ਵੇਲੇ ਉਹਦੇ ਉੱਤੇ ਪਰਮੇਸ਼ਰ ਦਾ ਆਤਮਾ ਜ਼ੋਰ ਨਾਲ ਆਇਆ ਅਤੇ ਉਹਦਾ ਕ੍ਰੋਧ ਬਹੁਤ ਜਾਗਿਆ ਅਤੇ ਉਹਨੇ ਇੱਕ ਡੰਗਿਆਂ ਦੀ ਜੋਗ ਲੈ ਲਈ ਅਤੇ ਉਹਨਾਂ ਨੂੰ ਚੀਰ ਕੇ ਟੋਟੇ ਟੋਟੇ ਕੀਤਾ ਅਤੇ ਉਹਨਾਂ ਨੂੰ ਹਲਕਾਰਿਆਂ ਦੇ ਹੱਥ ਇਸਰਾਏਲ ਦੀਆਂ ਸਭਨਾਂ ਹੱਦਾਂ ਵਿੱਚ ਕੱਲ ਦਿੱਤਾ ਅਤੇ ਇਹ ਆਖਿਆ, ਜੋ ਕੋਈ ਸਾਊਲ ਅਤੇ ਸਾਮੂਏਲ ਦੇ ਮਗਰ ਨਾ ਆਵੇਗਾ ਉਹਦੇ ਬਲਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ। ਤਦ ਯਹੋਵਾ ਦਾ ਡਰ ਲੋਕਾਂ ਉੱਤੇ ਆਣ ਪਿਆ ਅਤੇ ਉਹ ਇੱਕ ਦਿਲ ਹੋ ਕੇ ਆਏ ਅਤੇ ਉਹਨੇ ਉਹਨਾਂ ਨੂੰ ਬਸਕ ਵਿੱਚ ਰਿਣਿਆ। ਸੋ ਇਸਰਾਏਲੀ 3 ਲੱਖ ਸਨ ਅਤੇ ਯਹੂਦਾ ਦੇ ਮਨੁੱਖ 30,000। ਸੋ ਉਹਨਾਂ ਨੇ ਉਹਨਾਂ ਹਲਕਾਰੀਆਂ ਨੂੰ ਜੋ ਆਏ ਸਨ ਆਖਿਆ ਕਿ ਤੁਸੀਂ ਯਾਬੇਸ ਗਿਲਿਆਦ ਦੀਆਂ ਮਨੁੱਖਾਂ ਨੂੰ ਯੂੰ ਆਖੋ, ਜੋ ਭਲਕੇ ਜਿਸ ਵੇਲੇ ਧੁੱਪ ਤੇਜ਼ ਹੋਵੇਗੀ ਤਾਂ ਤੁਹਾਨੂੰ ਛੁਟਕਾਰਾ ਮਿਲੇਗਾ। ਸੋ ਹਲਕਾਰੀਆਂ ਨੇ ਯਾਬੇਸ ਦੀਆਂ ਲੋਕਾਂ ਨੂੰ ਸੁਨੇਹਾ ਆਣ ਦਿੱਤਾ ਅਤੇ ਉਹ ਆਨੰਦ ਹੋਏ। ਤਦ ਯਾਬੇਸ ਦੀਆਂ ਮਨੁੱਖਾਂ ਨੇ ਉਹਨਾਂ ਨੂੰ ਆਖਿਆ, ਭਲਕੇ ਅਸੀਂ ਤੁਹਾਡੇ ਕੋਲ ਨਿਕਲ ਆਵਾਂਗੇ ਅਤੇ ਜੋ ਤੁਸੀਂ ਚੰਗਾ ਜਾਣੋ ਸੋ ਸਭ ਕੁਝ ਸਾਡੇ ਨਾਲ ਕਰੋ। ਅਤੇ ਸਵੇਰ ਨੂੰ ਸਾਊਲ ਨੇ ਲੋਕਾਂ ਦੀਆਂ 3 ਟੋਲੀਆਂ ਕੀਤੀਆਂ ਅਤੇ ਪਹਿਲੇ ਪੈਰ ਡੇਰੇ ਦੇ ਵਿੱਚ ਆ ਵੜਿਆ ਅਤੇ ਅਮੋਨੀਆਂ ਨੂੰ ਮਾਰਦਾ ਪਿਆ ਸੀ। ਇੱਥੋਂ ਤੋੜੀ ਜੋ 3 ਢੇਰ ਚੜ ਆਇਆ ਅਤੇ ਅਜਿਹਾ ਹੋਇਆ ਪਈ ਜਿਹੜੇ ਬਚ ਰਹੇ ਸੋ ਅਜਿਹੇ ਕਿੰਡੇ ਜੋ 2 ਵੀ ਇਕੱਠੇ ਨਾ ਰਹੇ। ਤਦ ਲੋਕਾਂ ਨੇ ਸਾਮੂਏਲ ਨੂੰ ਆਖਿਆ, ਉਹ ਕੌਣ ਹੈ ਜਿਸਨੇ ਆਖਿਆ ਭਲਾ ਸਾਊਲ ਸਾਡਾ ਬਾਦਸ਼ਾਹ ਬਣੇਗਾ? ਉਹਨਾਂ ਲੋਕਾਂ ਨੂੰ ਲੈ ਆਓ ਭਈ ਅਸੀਂ ਉਹਨਾਂ ਨੂੰ ਵੱਢ ਸੁੱਟੀਏ। ਸਾਊਲ ਨੇ ਆਖਿਆ, ਅੱਜ ਦੇ ਦਿਨ ਕੋਈ ਨਾ ਮਾਰਿਆ ਜਾਏ, ਕਿਉਂ ਜੋ ਅੱਜ ਦੇ ਦਿਨ ਯਹੋਵਾ ਨੇ ਇਸਰਾਏਲ ਦਾ ਛੁਟਕਾਰਾ ਕੀਤਾ ਹੈ। ਤਦ ਸਾਮੂਏਲ ਨੇ ਪਰਮੇਸ਼ਰ ਨੂੰ ਆਖਿਆ, ਆਓ ਗਿਲਗਾਲ ਨੂੰ ਚੱਲੀਏ ਭਈ ਉੱਤੇ ਰਾਜ ਨੂੰ ਦੂਜੀ ਵੇਰ ਫਿਰ ਠਹਿਰਾਈਏ। ਸੋ ਸਾਰੀ ਪ੍ਰਜਾ ਗਿਲਗਾਲ ਨੂੰ ਗਈ ਅਤੇ ਗਿਲਗਾਲ ਵਿੱਚ ਯਹੋਵਾ ਦੇ ਸਾਹਮਣੇ ਉਹਨਾਂ ਨੇ ਸਾਊਲ ਨੂੰ ਬਾਦਸ਼ਾਹ ਠਹਿਰਾਇਆ ਅਤੇ ਉਹਨਾਂ ਨੇ ਉੱਤੇ ਯਹੋਵਾ ਦੇ ਅੱਗੇ ਸੁਖ ਸ਼ਾਂਤ ਦੀਆਂ ਬਲੀਆਂ ਚੜਾਈਆਂ ਅਤੇ ਉੱਤੇ ਸਾਊਲ ਨੇ ਔਰ ਸਾਰੇ ਇਸਰਾਏਲੀ ਮਨੁੱਖਾਂ ਨੇ ਵੱਡੀ ਖੁਸ਼ੀ ਮਨਾਈ। ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 12। ਤਦ ਸਾਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, ਵੇਖੋ ਜੋ ਕੁਝ ਤੁਸਾਂ ਮੈਨੂੰ ਕਿਹਾ ਸੋ ਮੈਂ ਤੁਹਾਡੀ ਆਵਾਜ਼ ਨੂੰ ਸੁਣ ਲਿਆ ਹੈ ਅਤੇ ਇੱਕ ਨੂੰ ਤੁਹਾਡੇ ਉੱਤੇ ਬਾਦਸ਼ਾਹ ਠਹਿਰਾ ਦਿੱਤਾ ਹੈ। ਅਤੇ ਹੁਣ ਵੇਖੋ ਇਹ ਬਾਦਸ਼ਾਹ ਤੁਹਾਡੇ ਅੱਗੇ ਅੱਗੇ ਤੁਰਦਾ ਹੈ ਅਤੇ ਮੈਂ ਹੁਣ ਬੁੱਢਾ ਹਾਂ ਅਤੇ ਮੇਰਾ ਸਿਰ ਚਿੱਟਾ ਹੋ ਗਿਆ ਹੈ ਅਤੇ ਵੇਖੋ ਮੇਰੇ ਪੁੱਤਰ ਤੁਹਾਡੇ ਨਾਲ ਹਨ ਅਤੇ ਮੈਂ ਨਿਆਣਪੁਣੇ ਤੋਂ ਅੱਜ ਤੋੜੀ ਤੁਹਾਡੇ ਅੱਗੇ ਅੱਗੇ ਚੱਲਦਾ ਰਿਹਾ। ਵੇਖੋ ਮੈਂ ਹਾਜ਼ਰ ਹਾਂ, ਸੋ ਆਓ ਯਹੋਵਾ ਦੇ ਅਤੇ ਉਸ ਦੇ ਮਸਾ ਕੀਤੇ ਹੋਏ ਦੇ ਅੱਗੇ ਮੇਰੇ ਉੱਤੇ ਗਵਾਹੀ ਭਰੋ। ਮੈਂ ਕਿਸ ਦਾ ਬਲਦ ਲਿਆ ਜਾਂ ਕਿਸ ਦਾ ਕੋਤਾ ਖੋਹ ਲਿਆ? ਮੈਂ ਕਿਸ ਦਾ ਕੁਦਰਮ ਕੀਤਾ ਜਾਂ ਕਿਸ ਉੱਤੇ ਅਨੇਰ ਮਾਰਿਆ ਅਤੇ ਕਿਸ ਦੇ ਕੋਲੋਂ ਮੈਂ ਵੱਟੀ ਲਈ ਹੈ ਤਾਂ ਮੈਂ ਅੰਨਾ ਹੋ ਜਾਵਾਂ? ਮੈਂ ਤੁਹਾਨੂੰ ਮੋੜ ਦਿਆਂਗਾ। ਤਾਂ ਉਹਨਾਂ ਨੇ ਆਖਿਆ, ਤੈਂ ਸਾਡੇ ਨਾਲ ਕੋਈ ਕੁਦਰਮ ਨਹੀਂ ਕੀਤਾ, ਨਾ ਸਾਡੇ ਉੱਤੇ ਕੁਝ ਅਨੇਰਾ ਮਾਰਿਆ ਹੈ ਅਤੇ ਨਾ ਹੀ ਤੈਂ ਕਿਸੇ ਦੇ ਹੱਥੋਂ ਕੁਝ ਲਿਆ ਹੈ। ਤਦ ਉਸਨੇ ਉਹਨਾਂ ਨੂੰ ਆਖਿਆ, ਯਹੋਵਾ ਤੁਹਾਡੇ ਉੱਤੇ ਗਵਾਹ ਅਤੇ ਉਹਦਾ ਮਸਾ ਕੀਤੇ ਹੋਏ ਅੱਜ ਦੇ ਦਿਨ ਗਵਾਹ ਹੈ, ਜੋ ਤੁਸਾਂ ਮੇਰੇ ਹੱਥ ਵਿੱਚੋਂ ਕੁਝ ਨਹੀਂ ਲੱਭਾ, ਉਹ ਬੋਲੇ ਗਵਾਹ ਹੈ। ਫਿਰ ਸਾਮੂਏਲ ਨੇ ਲੋਕਾਂ ਨੂੰ ਆਖਿਆ, ਹਾਂ ਉਹ ਯਹੋਵਾ ਹੈ ਜਿਸ ਨੇ ਮੂਸਾ ਅਤੇ ਹਾਰੂਨ ਨੂੰ ਠਹਿਰਾਇਆ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਮਿਸਰ ਦੇਸ਼
ਵਿੱਚੋਂ ਕੱਢ ਲਿਆਂਦਾ। ਹੁਣ ਚੁੱਪ ਕਰਕੇ ਖੜੋ ਜਾਓ, ਕਿਉਂ ਜੋ ਮੈਂ ਯਹੋਵਾ ਦੇ ਸਾਹਮਣੇ ਉਹਨਾਂ ਸਭਨਾਂ ਭਲਾਈਆਂ ਦੇ ਕਾਰਨ ਜੋ ਯਹੋਵਾ ਨੇ ਤੁਹਾਡੇ ਅਤੇ ਤੁਹਾਡੇ ਪਿਓ ਦਾਦੀਆਂ ਉੱਤੇ ਕੀਤੀਆਂ ਤੁਹਾਡੇ ਨਾਲ ਗੱਲ ਨਿਤਾਰਾਂ। ਜਿਸ ਵੇਲੇ ਯਾਕੂਬ ਮਿਸਰ ਵਿੱਚ ਆਇਆ ਅਤੇ ਤੁਹਾਡੇ ਪਿਓ ਦਾਦੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ, ਤਾਂ ਯਹੋਵਾ ਨੇ ਮੂਸਾ ਅਤੇ ਹਾਰੂਨ ਨੂੰ ਕੱਲਿਆ ਅਤੇ ਉਹ ਤੁਹਾਡੇ ਪਿਓ ਦਾਦੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਉਹਨਾਂ ਨੂੰ ਇੱਥੇ ਵਸਾਇਆ। ਫਿਰ ਜਾਂ ਉਹਨਾਂ ਨੇ ਯਹੋਵਾ ਆਪਣੇ ਪਰਮੇਸ਼ਰ ਨੂੰ ਵਿਸਾਰ ਦਿੱਤਾ, ਤਾਂ ਉਸਨੇ ਉਹਨਾਂ ਨੂੰ ਹਸੋਰ ਦੇ ਸੈਨਾਪਤੀ ਸਿਸਰਾ ਦੇ ਹੱਥ ਅਤੇ ਫਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਬਾਦਸ਼ਾਹ ਦੇ ਹੱਥ ਵੇਚ ਦਿੱਤਾ ਅਤੇ ਉਹ ਉਹਨਾਂ ਨਾਲ ਲੜੇ। ਫਿਰ ਉਹਨਾਂ ਨੇ ਯਹੋਵਾ ਅੱਗੇ ਦੁਹਾਈ ਦੇ ਕੇ ਆਖਿਆ, ਅਸਾਂ ਪਾਪ ਕੀਤਾ, ਕਿਉਂ ਜੋ ਅਸਾਂ ਯਹੋਵਾ ਨੂੰ ਛੱਡਿਆ ਅਤੇ ਬਾਅਲੀਮ ਤੇ ਅਸਤਰੋਤ ਦੀ ਪੂਜਾ ਕੀਤੀ। ਪਰ ਜੇ ਹੁਣ ਤੂੰ ਸਾਨੂੰ ਸਾਡੇ ਵੇਰੀਆਂ ਦੇ ਹੱਥੋਂ ਛੁਡਾਵੇਂ ਤਾਂ ਅਸੀਂ ਤੇਰੀ ਹੀ ਭਗਤੀ ਕਰਾਂਗੇ। ਫਿਰ ਯਹੋਵਾ ਨੇ ਯਰੁਬਾਲ ਅਤੇ ਬਦਾਨ ਅਤੇ ਯਿਫਤਾ ਅਤੇ ਸਾਮੂਏਲ ਨੂੰ ਕੱਲਿਆ ਅਤੇ ਤੁਹਾਨੂੰ ਤੁਹਾਡੇ ਵੇਰੀਆਂ ਦੇ ਹੱਥੋਂ ਜੋ ਤੁਹਾਡੇ ਚੁਫੇਰੇ ਸਨ ਛੁਟਕਾਰਾ ਦਿੱਤਾ ਅਤੇ ਤੁਸੀਂ ਸੁੱਖ ਨਾਲ ਵਸ ਗਏ। ਜਾਂ ਤੁਸਾਂ ਡਿੱਠਾ ਜੋ ਅਮੋਨੀਆਂ ਦਾ ਬਾਦਸ਼ਾਹ ਨਾਹਾਸ ਤੁਹਾਡੇ ਉੱਤੇ ਚੜ ਆਇਆ ਸੀ, ਤਾਂ ਤੁਸਾਂ ਮੈਨੂੰ ਆਖਿਆ ਕਿ ਹਾਂ, ਸਾਨੂੰ ਇੱਕ ਬਾਦਸ਼ਾਹ ਲੋੜੀਦਾ ਹੈ ਜੋ ਸਾਡੇ ਉੱਤੇ ਰਾਜ ਕਰੇ। ਭਾਵੇਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਡਾ ਬਾਦਸ਼ਾਹ ਸੀ, ਹੁਣ ਵੇਖੋ ਇਹ ਤੁਹਾਡਾ ਬਾਦਸ਼ਾਹ ਹੈ ਜਿਸ ਨੂੰ ਤੁਸਾਂ ਚੁਣ ਲਿਆ ਅਤੇ ਜਿਸ ਨੂੰ ਤੁਸਾਂ ਮੰਗਿਆ, ਅਤੇ ਵੇਖੋ ਯਹੋਵਾ ਨੇ ਤੁਹਾਡੇ ਉੱਤੇ ਬਾਦਸ਼ਾਹ ਠਹਿਰਾ ਦਿੱਤਾ ਹੈ। ਜੇ ਤੁਸੀਂ ਯਹੋਵਾ ਕੋਲੋਂ ਡਰਦੇ ਰਹੋਗੇ ਅਤੇ ਉਹਦੀ ਉਪਾਸਨਾ ਕਰੋਗੇ ਅਤੇ ਉਹਦਾ ਵਚਨ ਮੰਨੋਗੇ ਅਤੇ ਯਹੋਵਾ ਦੀਆਂ ਆਗਿਆਂ ਦੇ ਵਿਰੁੱਧ ਨਾ ਕਰੋਗੇ, ਤਾਂ ਤੁਸੀਂ ਅਤੇ ਜਿਹੜਾ ਬਾਦਸ਼ਾਹ ਤੁਹਾਡੇ ਉੱਤੇ ਰਾਜ ਕਰਦਾ ਹੈ ਯਹੋਵਾ ਆਪਣੇ ਪਰਮੇਸ਼ਰ ਦੇ ਮਗਰ ਚੱਲਦੇ ਜਾਓਗੇ। ਪਰ ਜੇ ਤੁਸੀਂ ਯਹੋਵਾ ਦਾ ਵਚਨ ਨਾ ਮੰਨੋਗੇ ਅਤੇ ਯਹੋਵਾ ਦੀਆਂ ਆਗਿਆਂ ਦੇ ਵਿਰੁੱਧ ਕਰੋਗੇ, ਤਾਂ ਯਹੋਵਾ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ, ਜਿਵੇਂ ਤੁਹਾਡੇ ਪਿਓ ਦਾਦੀਆਂ ਦੇ ਵਿਰੁੱਧ ਹੁੰਦਾ ਸੀ। ਸੋ ਹੁਣ ਤੁਸੀਂ ਖੜੇ ਹੋ ਜਾਓ ਅਤੇ ਇਹ ਵੱਡੀ ਗੱਲ ਜੋ ਯਹੋਵਾ ਤੁਹਾਡੀਆਂ ਅੱਖੀਆਂ ਦੇ ਅੱਗੇ ਕਰੇਗਾ ਵੇਖੋ। ਭਲਾ ਅੱਜ ਕਣਕ ਵੱਢਣ ਦਾ ਸਮਾਂ ਨਹੀਂ? ਮੈਂ ਯਹੋਵਾ ਕੋਲ ਪੁਕਾਰਾਂਗਾ ਜੋ ਉਹ ਗੱਜ ਅਤੇ ਮੀਂਹ ਕੱਲੇ, ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ ਜੋ ਤੁਸਾਂ ਯਹੋਵਾ ਕੋਲੋਂ ਬਾਦਸ਼ਾਹ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ। ਉਪਰੰਤ ਸਾਮੂਏਲ ਨੇ ਯਹੋਵਾ ਨੂੰ ਪੁਕਾਰਿਆ ਅਤੇ ਯਹੋਵਾ ਨੇ ਉਸੇ ਵੇਲੇ ਗੱਜ ਅਤੇ ਮੀਂਹ ਨੂੰ ਕੱਲਿਆ। ਤਦ ਸਭ ਲੋਕ ਯਹੋਵਾ ਕੋਲੋਂ ਅਤੇ ਸਾਮੂਏਲ ਕੋਲੋਂ ਵੱਡੇ ਟਹਿਲ ਗਏ। ਤਦ ਸਭਨਾਂ ਲੋਕਾਂ ਨੇ ਸਾਮੂਏਲ ਨੂੰ ਆਖਿਆ, ਆਪਣੇ ਦਾਸਾਂ ਦੇ ਲਈ ਯਹੋਵਾ ਆਪਣੇ ਪਰਮੇਸ਼ਰ ਅੱਗੇ ਬੇਨਤੀ ਕਰ ਜੋ ਅਸੀਂ ਮਰ ਨਾ ਜਾਈਏ, ਕਿਉਂ ਜੋ ਅਸਾਂ ਆਪਣੇ ਸਾਰੇ ਪਾਪਾਂ ਉੱਤੇ ਇਹ ਬਦੀ ਕੀਤੀ ਜੋ ਆਪਣੇ ਲਈ ਇੱਕ ਬਾਦਸ਼ਾਹ ਮੰਗਿਆ। ਤਦ ਸਾਮੂਏਲ ਨੇ ਲੋਕਾਂ ਨੂੰ ਆਖਿਆ, ਡਰੋ ਨਹੀਂ, ਇਹ ਸਭ ਬਦੀ ਤੁਸਾਂ ਕੀਤੀ ਤਾਂ ਸਹੀ, ਪਰ ਯਹੋਵਾ ਦੇ ਮਗਰੋਂ ਲਾਂਬੇ ਨਾ ਹਟੋ, ਸਗੋਂ ਆਪਣੇ ਸਾਰੇ ਮਨਾਂ ਨਾਲ ਯਹੋਵਾ ਦੀ ਉਪਾਸਨਾ ਕਰੋ ਅਤੇ ਤੁਸੀਂ ਵਿਅਰਥ ਦੇ ਮਗਰ ਲੱਗ ਕੇ ਲਾਂਬੇ ਨਾ ਹਟੋ, ਜਿਸ ਦੇ ਵਿੱਚੋਂ ਕੁਝ ਲਾਭ ਜਾਂ ਛੁਟਕਾਰਾ ਨਹੀਂ ਹੁੰਦਾ, ਉਸ ਸਭ ਵਿਅਰਥ ਜੋ ਹੈ, ਕਿਉਂ ਜੋ ਯਹੋਵਾ ਆਪਣੇ ਵੱਡੇ ਨਾਮ ਦੇ ਲਈ ਆਪਣੀ ਪ੍ਰਜਾ ਦਾ ਤਿਆਗ ਨਾ ਕਰੇਗਾ। ਇਸ ਲਈ ਜੋ ਯਹੋਵਾ ਦੀ ਇੱਛਾ ਹੋਈ ਜੋ ਤੁਹਾਨੂੰ ਆਪਣੀ ਪ੍ਰਜਾ ਬਣਾਵੇ ਅਤੇ ਮੈਥੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਕੇ ਯਹੋਵਾ ਦਾ ਪਾਪੀ ਬਣਾ, ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਾਂਗਾ ਜੋ ਚੰਗਾ ਅਤੇ ਸਿੱਧਾ ਹੈ। ਸੋ ਨਿਰਾ ਤੁਸੀਂ ਇੰਨਾ ਕਰੋ ਜੋ ਯਹੋਵਾ ਕੋਲੋਂ ਡਰੋ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਸੱਚੀ ਭਗਤੀ ਕਰੋ ਅਤੇ ਧਿਆਨ ਕਰੋ ਜੋ ਤੁਹਾਡੇ ਲਈ ਉਹਨੇ ਕਿਹੜੇ ਵੱਡੇ ਕੰਮ ਕੀਤੇ ਹਨ। ਪਰ ਜੇ ਕਦੀ ਤੁਸੀਂ ਅੱਗੇ ਨੂੰ ਵੀ ਬਦੀ ਕਰੋਗੇ ਤਾਂ ਤੁਸੀਂ ਅਤੇ ਤੁਹਾਡਾ ਬਾਦਸ਼ਾਹ ਦੋਵੇਂ ਹੁੰਜੇ ਜਾਓਗੇ।
ਜਬਰਾਂ ਦੀ ਪੋਥੀ ਅਧਿਆਇ 1। ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਅਤੇ ਨਾ ਮਕੋਲੀਆਂ ਦੀ ਝੁੰਡੀ ਵਿੱਚ ਪੈਂਦਾ ਹੈ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਰਹਿੰਦਾ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਹ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਹਦੇ ਪੱਤੇ ਨਹੀਂ ਕਮਲਾਉਂਦੇ ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ। ਦੁਸ਼ਟ ਅਜਿਹੇ ਨਹੀਂ, ਪਰ ਉਹ ਪੋ ਵਰਗੇ ਹਨ ਜਿਹਨੂੰ ਪਾਉਣ ਉਡਾ ਲੈ ਜਾਂਦੀ ਹੈ। ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿਣਗੇ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ, ਕਿਉਂਜੋ ਯਹੋਵਾ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਦੇਖਾਂਗੇ। ਉਤਪਤ ਦੀ ਕਿਤਾਬ ਅਧਿਆਇ 30। ਇਸ ਵਿੱਚ ਆਪਾਂ ਵੇਖਦੇ ਹਾਂ ਯਹੋਵਾ ਪਰਮੇਸ਼ਰ ਯਾਕੂਬ ਦੇ ਘਰ ਨੂੰ ਲੇਆ ਅਤੇ ਰਾਖੇਲ ਦੇ ਰਾਹੀਂ ਵਸਾ ਲਿਆ ਹੈ, ਯਾਨੀ ਕਿ ਉਹਦੇ ਕੋਲ 11 ਬੱਚੇ ਇਹਨਾਂ ਦੇ ਰਾਹੀਂ ਹੋ ਰਿਹਾ ਹੈ ਅਤੇ ਉਹ ਪ੍ਰਭੂ ਦੇ ਨਿਗਾਹ ਦੇ ਵਿੱਚ ਆਦਰ ਪਾਉਂਦਾ ਹੋਇਆ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਲਾਬਾਨ ਦੇ ਹਰ ਮਾਲ ਅਤੇ ਧਨ ਨੂੰ ਯਹੋਵਾ ਪਰਮੇਸ਼ਰ ਯਾਕੂਬ ਦਾ ਬਣਾਉਣ ਦੇ ਲਈ ਕੁਝ ਰਾਹ ਅਤੇ ਸਿੱਖਿਆ ਯਾਕੂਬ ਨੂੰ ਦਿੰਦਾ ਅਤੇ ਯਾਕੂਬ ਉਹਦੇ ਅਨੁਸਾਰ ਕਰਦਾ ਅਤੇ ਉਹ ਆਪਣਾ ਮਾਮੇ ਲਾਬਾਨ ਦਾ ਸਾਰਾ ਮਾਲ ਅਤੇ ਧਨ ਨੂੰ ਆਪਦਾ ਬਣਾ ਲੈਂਦਾ, ਨਾ ਚੋਰੀ ਕਰਦਾ, ਨਾ ਕਿ ਉਹਨੂੰ ਧੋਖਾ ਕਵਾਉਂਦਾ, ਸਗੋਂ ਸਹੀ ਰਾਹ ਦੇ ਵਿੱਚ ਕਿਦਾਂ ਉਹ ਧਨ ਕਮਾਉਣਾ ਹੈ ਉਹਨਾਂ ਗੱਲਾਂ ਨੂੰ ਯਹੋਵਾ ਪਰਮੇਸ਼ਰ ਜਿੱਦਾਂ ਉਹਨੂੰ ਸਿਖਾਇਆ ਉਦਾਂ ਹੀ ਉਹ ਕਰਕੇ ਉਹ ਬਹੁਤ ਅਮੀਰ ਵਾਲਾ ਬਣਦਾ ਹੋਇਆ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਪਹਿਲਾ ਸਮੂਏਲ ਦੀ ਕਿਤਾਬ ਅਧਿਆਇ 11। ਇਸ ਵਿੱਚ ਆਪਾਂ ਵੇਖਦੇ ਹਾਂ ਇਸਰਾਏਲੀ ਯਾਬੇਸ ਗਿਲਯਾਦ ਦੇ ਖਿਲਾਫ ਅੰਮੋਨੀ ਲੜਨ ਲਈ ਆ ਰਿਹਾ ਅਤੇ ਯਾਬੇਸ ਦੇ ਲੋਕ ਰੌਲਾ ਪਾਉਂਦੇ ਸਮੂਏਲ ਦੇ ਸਨਮੁਖ ਰੋਂਦੇ ਹੁੰਦੇ। ਉਦੋਂ ਪਹਿਲੀ ਤੋਂ ਨਿਕਲਿਆ ਹੋਇਆ ਸਾਊਲ ਕੋਲ ਇਹ ਖਬਰਾਂ ਪਹੁੰਚਾਈ ਜਾਂਦੀਆਂ। ਜਦ ਇਹ ਖਬਰਾਂ ਉਹ ਸੁਣਦਾ ਸੀ ਉਦੋਂ ਪਵਿੱਤਰ ਆਤਮਾ ਉਸ ਉੱਤੇ ਉਤਰਦਾ ਅਤੇ ਉਹ ਉਹਨਾਂ ਬਲਦਾਂ ਨੂੰ ਟੋਟੇ ਕਰਕੇ ਇਸਰਾਏਲੀਆਂ ਨੂੰ ਕੱਲਦਾ ਹੈ ਕਿ ਤੁਸੀਂ ਸਮੂਏਲ ਅਤੇ ਸਾਊਲ ਦੇ ਮਗਰ ਹੋ ਤੁਰੋ, ਜਿਹੜਾ ਨਹੀਂ ਆਉਂਦਾ ਹੋਵੇ ਉਹਨਾਂ ਨਾਲ ਇਸ ਬਲਦਾਂ ਨੂੰ ਜੋ ਕੀਤਾ ਹੈ ਉਹੀ ਕੀਤਾ ਜਾਵੇਗਾ। ਤਾਂ ਸਾਰੇ ਇਸਰਾਏਲ ਇੱਕ ਮਨ ਅਤੇ ਇੱਕ ਦਿਲ ਨਾਲ ਸਾਊਲ ਅਤੇ ਸਮੂਏਲ ਦੇ ਮਗਰ ਜਾਂਦੇ ਅਤੇ ਉਹ ਸਾਰੇ ਮਿਲ ਕੇ ਅੰਮੋਨੀ ਨਾਹਾਸ ਅਤੇ ਉਹਦੇ ਸਾਰੇ ਪ੍ਰਜਾਵਾਂ ਨੂੰ ਨਾਸ ਕਰ ਦਿੰਦੇ। ਉਸ ਤੋਂ ਬਾਅਦ ਲੋਕ ਇਸ ਪ੍ਰਕਾਰ ਆਖਦੇ ਜਿਹੜੇ ਕਹਿੰਦੇ ਸੀ ਕਿ ਸਾਊਲ ਨੂੰ ਕਿਉਂ ਰਾਜਾ ਬਣਾਇਆ, ਉਹਨਾਂ ਨੂੰ ਸੱਦੀਏ ਤੇ ਉਹਨਾਂ ਨੂੰ ਵੱਢ ਸੁੱਟੀਏ। ਪਰ ਸਾਊਲ ਕਹਿੰਦਾ ਅੱਜ ਦੇ ਦਿਨ ਯਹੋਵਾ ਪਰਮੇਸ਼ਰ ਨੇ ਆਪਾਂ ਨੂੰ ਜਿੱਤ ਦਿੱਤਾ ਹੈ, ਇਸੇ ਦਿਨ ਆਪਾਂ ਕਿਸੇ ਦੇ ਵੀ ਬੁਰਾਈ ਨਹੀਂ ਕਰਨੀ। ਇਹ ਸੋਚ ਸਾਊਲ ਦੇ ਮਨ ਵਿੱਚ ਪਰਮੇਸ਼ਰ ਪਾਉਂਦਾ ਆ। ਪਹਿਲਾ ਸਮੂਏਲ ਦੀ ਕਿਤਾਬ ਅਧਿਆਇ 12 ਦੇ ਵਿੱਚ ਵੇਖਦੇ ਹਾਂ ਸਮੂਏਲ ਇਸਰਾਏਲੀਆਂ ਕੋਲ ਆਖਦਾ ਆ ਕਿ ਮੈਂ ਨਿਆਣਪੁਣੇ ਤੋਂ ਤੁਹਾਡੇ ਅੱਗੇ ਚੱਲਦਾ, ਤੁਹਾਡੀ ਸੇਵਾ ਮੈਂ ਕਰਦਾ ਆਇਆ, ਮੈਂ ਕਦੇ ਕੋਤੇ ਤੱਕ ਵੀ ਮੈਂ ਤੁਹਾਡੇ ਕੋਲੋਂ ਨਹੀਂ ਲਿਆ, ਪਰ ਤੁਸੀਂ ਮੈਨੂੰ ਅਤੇ ਮੇਰੇ ਰਾਹੀਂ ਪਰਮੇਸ਼ਰ ਦੇ ਉਹਨਾਂ ਵਚਨਾਂ ਨੂੰ ਤੁਸੀਂ ਤੁਹਾਡੇ ਆਪਣੇ ਪਿਓ ਦਾਦੇ ਵਾਂਗੂ ਹੀ ਰੱਦ ਕੀਤਾ। ਸਮੂਏਲ ਇਹ ਗੱਲਾਂ ਕਹਿ ਕੇ ਯਹੋਵਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ। ਜਦੋਂ ਉਹ ਪ੍ਰਾਰਥਨਾ ਕਰਦਾ ਯਹੋਵਾ ਪਰਮੇਸ਼ਰ ਲੋਕਾਂ ਉੱਤੇ
ਗੱਜ ਨਾਲ ਮੀਂਹ ਵਰਾਇਆ ਅਤੇ ਲੋਕ ਸਮੇਂ ਤੋਂ ਡਰ ਜਾਂਦੇ ਅਤੇ ਆਖਦੇ ਅਸੀਂ ਬਹੁਤ ਸਾਰੇ ਪਾਪ ਕਰਦੇ ਸੀ, ਇਸੇ ਪ੍ਰਕਾਰ ਅਸੀਂ ਰਾਜਾ ਮੰਗ ਕੇ ਇੰਨੀ ਵੱਡੀ ਪਾਪ ਨੂੰ ਵੀ ਅਸੀਂ ਆਪਣੇ ਸਿਰ ਉੱਤੇ ਲੈ ਲਿਆ, ਸਾਨੂੰ ਮਾਫ ਕਰਨ ਲਈ ਯਹੋਵਾ ਅੱਗੇ ਦੁਆ ਕਰੋ। ਤਾਂ ਸਮੂਏਲ ਉਹਨਾਂ ਲਈ ਯਹੋਵਾ ਅੱਗੇ ਦੁਆ ਕਰਦਾ ਅਤੇ ਲੋਕਾਂ ਨੂੰ ਕਹਿੰਦਾ ਮੈਂ ਤੁਹਾਡੇ ਲਈ ਦੁਆ ਨਾ ਕਰਾਂ, ਮੈਂ ਕਿਹਦੇ ਲਈ ਕਰਾਂ, ਕਿਉਂਕਿ ਇਸ ਲਈ ਹੀ ਪਰਮੇਸ਼ਰ ਮੈਨੂੰ ਠਹਿਰਾਇਆ ਹੈ, ਸੋ ਮੈਂ ਤੁਹਾਡੇ ਪਾਪਾਂ ਦੇ ਲਈ ਯਹੋਵਾ ਅੱਗੇ ਜ਼ਰੂਰ ਦੁਆ ਕਰਾਂਗਾ। ਫਿਰ ਵੀ ਮੈਂ ਤੁਹਾਨੂੰ ਉਹਨਾਂ ਰਸਤਾ ਨੂੰ ਦੱਸਦਾ ਹਾਂ, ਧਰਮੀਆਂ ਦੇ ਰਾਹ ਵਿੱਚ ਤੁਸੀਂ ਚੱਲੋ ਅਤੇ ਉਹਨਾਂ ਵਿਵਸਥਾ ਨੂੰ ਮੰਨੋ, ਕਦੇ ਵੀ ਉਹਨਾਂ ਗੱਲਾਂ ਤੋਂ ਉਰਾਂ ਪਰਾਂ ਨਾ ਹੋਵੋ। ਇਹਨਾਂ ਗੱਲਾਂ ਨੂੰ ਆਖਦਾ ਅਤੇ ਕਹਿੰਦਾ ਤੁਸੀਂ ਜੇ ਪ੍ਰਭੂ ਦੀ ਵਿਵਸਥਾ ਨੂੰ ਮੰਨੋਗੇ ਅਤੇ ਉਹਦੇ ਵਚਨ ਅਨੁਸਾਰ ਤੁਸੀਂ ਅਤੇ ਤੁਹਾਡੇ ਰਾਜਾ ਵੀ ਚੱਲੋਗੇ ਤਾਂ ਤੁਸੀਂ ਖੁਸ਼ ਰਹੋਗੇ। ਜੇ ਤੁਸੀਂ ਏਦਾਂ ਰਾਜਾ ਦੇ ਵੀ ਪਰਮੇਸ਼ਰ ਦੇ ਵੀ ਗੱਲਾਂ ਨੂੰ ਨਾ ਸੁਣੋਗੇ ਅਤੇ ਰਾਜਾ ਵੀ ਜੇ ਨਾ ਸੁਣੇ ਤਾਂ ਤੁਸੀਂ ਖੁੰਝ ਜਾਵੋਗੇ। ਇਨ੍ਹਾਂ ਗੱਲਾਂ ਨੂੰ ਸਮੂਏਲ ਇਸ ਅਧਿਆਇ ਦੇ ਵਿੱਚ ਆਖਦਾ। ਇਸੇ ਪ੍ਰਕਾਰ ਜਬਰਾਂ ਦੀ ਪੋਥੀ ਅਧਿਆਇ 1 ਦੇ ਵਿੱਚ ਆਪਾਂ ਵੇਖਦੇ ਹਾਂ, ਧਰਮੀ ਜਦ ਉਹ ਪ੍ਰਭੂ ਦੇ ਵਚਨਾਂ ਵਿੱਚ ਮਗਨ ਰਹੇਗਾ ਉਦੋਂ ਹੀ ਉਹ ਉਸ ਬਿਰਛ ਵਾਂਗੂ ਹੋਵੇਗਾ ਜਿਹਦੇ ਪੱਤੇ ਵੀ ਕਦੇ ਨਹੀਂ ਕਮਲਾਉਂਦੇ, ਜਿਹੜਾ ਰੁੱਤ ਸਿਰ ਫਲ ਦਿੰਦਾ ਹੈ ਉਸੇ ਤਰ੍ਹਾਂ ਉਹ ਵੀ ਫਲ ਦੇਣ ਵਾਲਾ ਹੋਵੇਗਾ। ਉਹਦਾ ਰਾਹ ਨੂੰ ਪ੍ਰਭੂ ਜਾਣਦਾ ਹੈ, ਕਿਉਂਕਿ ਵਚਨ ਵਿੱਚ ਇਸ ਅਧਿਆਇ ਦੇ ਆਖਰੀ ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਧਰਮੀਆਂ ਦੇ ਰਾਹ ਨੂੰ ਪਰਮੇਸ਼ਰ ਜਾਣਦਾ ਅਤੇ ਦੁਸ਼ਟਾਂ ਦੀ ਰਾਹ ਨਸ਼ਟ ਹੋ ਜਾਵੇਗੀ। ਇਹਨਾਂ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਵੇਖਦੇ ਹਾਂ ਪਰਮੇਸ਼ਰ ਯਾਕੂਬ ਨੂੰ ਧਨ ਕਮਾਉਣ ਦਾ ਰਾਹ ਸਿਖਾਇਆ ਅਤੇ ਸਾਊਲ ਨੂੰ ਜਿੱਤ ਪ੍ਰਾਪਤ ਕਰਨ ਦਾ ਰਾਹ ਸਿਖਾਇਆ। ਸਾਮੂਏਲ ਦੇ ਰਾਹੀਂ ਇਸਰਾਏਲੀਆਂ ਨੂੰ ਸਿਖਾ ਰਿਹਾ ਹੈ ਕਿ ਤੁਸੀਂ ਵਿਵਸਥਾ ਦੇ ਰਾਹ ਉੱਤੇ ਚੱਲੋ। ਜ਼ਬੂਰ ਦੇ ਰਾਹੀਂ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਹੈ ਤੁਸੀਂ ਵਿਵਸਥਾ ਨੂੰ ਮੰਨਣਾ ਅਤੇ ਕਦੇ ਵੀ ਉਸ ਨੂੰ ਉਲੰਘਣਾ ਨਹੀਂ ਕਰਨਾ। ਜਦ ਤੁਸੀਂ ਇਦਾਂ ਰਹੋਗੇ ਤਾਂ ਤੁਸੀਂ ਬਹੁਤ ਸਾਰੀਆਂ ਆਸੀਸਾਂ ਨਾਲ ਭਰਪੂਰ ਹੋਵੋਗੇ, ਕਿਉਂਕਿ ਧਰਮੀ ਕਦੇ ਨਹੀਂ ਕਮਲਾਉਂਦਾ, ਕਦੇ ਨਹੀਂ ਫਲ ਦੇਣ ਤੋਂ ਰੁਕਦਾ। ਇਹਨਾਂ ਸਾਰੇ ਵਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।